ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਸਰਕਾਰਾਂ ਨਾਲ ਵੱਧਦਾ ਟਕਰਾਅ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਵਿਰੁੱਧ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ, ਹੁਣ ਕੇਂਦਰ ਸਰਕਾਰ ਦੇ ਨਾਲ ਜਿਹੜਾ ਹੈ ਸੂਬਾ ਸਰਕਾਰਾਂ ਦੇ ਖਿਲਾਫ ਵੀ ਸ਼ੁਰੂ ਹੋ ਗਿਆ ਹੈ। ਜੇਕਰ ਗੱਲ ਕਰੀਏ, ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਸੀ, ਉੱਥੇ ਇਵਨ ਹਰਿਆਣਾ ਸਰਕਾਰ ਦਾ ਪੂਰੇ ਤੌਰ 'ਤੇ ਜਿਹੜਾ ਕਿਸਾਨਾਂ ਵੱਲੋਂ ਬਾਈਕਾਟ ਕੀਤਾ ਜਾ ਰਿਹਾ ਹੈ। ਅਤੇ ਅੱਜ ਹਿਸਾਰ ਦੇ ਵਿੱਚ ਜਿਹੜਾ ਹੈ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਹਿਸਾਰ ਪ੍ਰਸ਼ਾਸਨ ਵੱਲੋਂ ਜਿਹੜੀ ਧੱਕੇਸ਼ਾਹੀ ਕਿਸਾਨਾਂ ਨਾਲ ਕੀਤੀ ਗਈ ਹੈ, ਉਹ ਕੇਸ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਸੀ ਤੇ ਅੱਜ ਕਿਸਾਨ ਜਿਹੜੀ ਹੈ ਮੁੱਖ ਮੰਗਾਂ ਕੀ ਕਰ ਰਹੇ ਨੇ। ਅਸਲ ਦੇ ਵਿੱਚ ਜਿਹੜਾ ਹਿਸਾਰ ਵਾਲਾ ਕੇਸ ਹੈ ਉਹ ਤਾਂ ਇਹ ਹੈ ਕਿ 16 ਮਈ ਨੂੰ ਜਦੋਂ ਚੀਫ ਮਿਨਿਸਟਰ ਹਰਿਆਣੇ ਦਾ ਉੱਥੇ ਹਿਸਾਰ ਦੇ ਵਿੱਚ ਇੱਕ ਆਰਜੀ ਤੌਰ 'ਤੇ ਜਿਹੜਾ ਬਣਾਇਆ ਗਿਆ ਕੋਵਿਡ ਦਾ ਟ੍ਰੀਟਮੈਂਟ ਹਸਪਤਾਲ ਹੈ ਉਹਦਾ ਉਦਘਾਟਨ ਕਰਨਗੇ। ਅਤੇ ਉਹਦੇ ਉਦਘਾਟਨ ਦੇ ਕਿਉਂਕਿ ਇਦੋਂ ਪਹਿਲਾਂ ਹੀ ਪਤਾ ਹੈ ਗੌਰਮੈਂਟ ਨੂੰ, ਪਹਿਲਾਂ ਹੀ ਇਹ ਪਤਾ ਹੈ ਕਿ ਕਿਸਾਨਾਂ ਨੇ ਕਿਹਾ ਹੋਇਆ ਕਿ ਗੌਰਮੈਂਟ ਦਾ ਕੋਈ ਵੀ ਅਹੁਦੇਦਾਰ ਜਾਂ ਬੀਜੇਪੀ ਦੇ ਅਹੁਦੇਦਾਰ ਇਹਨਾਂ ਦਾ ਅਸੀਂ ਵਿਰੋਧ ਕਰਾਂਗੇ, ਔਰ ਵਿਰੋਧ ਚੱਲ ਹੀ ਰਿਹਾ। ਬਲਕਿ ਪਹਿਲਾਂ ਵੀ ਇੱਕ ਦੋ ਵਾਰ ਟਕਰਾਅ ਹੁੰਦਾ ਟਲਿਆ। ਜਦੋਂ ਇਹ ਹੋਮ ਮਿਨਿਸਟਰ ਕੋਲ ਗਏ ਸੀ ਜਿਹੜਾ ਅਮਿਤ ਸ਼ਾਹ ਕੋਲ, ਅਤੇ ਅਮਿਤ ਸ਼ਾਹ ਨੇ ਕਈ ਸਗੋਂ ਇਹਨਾਂ 'ਤੇ ਰੋਕ ਲਾਤੀ ਸੀ ਵੀ ਚਲੋ ਤੁਸੀਂ ਰਹਿਣ ਦਿਓ ਇਹ ਟਕਰਾਅ, ਕਿਉਂਕਿ ਜ਼ਿਆਦਾ ਵਧੂਗਾ ਜੇ ਇਸੇ ਤਰੀਕੇ ਦੇ ਨਾਲ ਰਿਹਾ। ਪਰ ਫਿਰ ਪਤਾ ਨਹੀਂ ਕੀ ਹੋਇਆ, ਇਹਨਾਂ ਨੂੰ ਇਹ ਲੱਗਿਆ ਕਿ ਖਬਰਾਂ 'ਚ ਪਾਉਣੀਆਂ ਨੇ, ਫੋਟੋ ਟੀ ਵੀ 'ਚ ਆਉਣੀ ਚਾਹੀਦੀ ਹੈ। ਉਦਘਾਟਨ ਕਰਨ ਦਾ ਤਾਂ ਲਾਲਚ ਹੁੰਦਾ ਲੀਡਰਾਂ ਨੂੰ ਬਹੁਤ ਜ਼ਿਆਦਾ, ਬਲਕਿ ਕਈ ਪੁਲਾਂ ਦੇ ਅਤੇ ਕਈ ਬਾਕੀ ਚੀਜ਼ਾਂ ਦੇ 3-3 ਵਾਰ ਉਦਘਾਟਨ ਹੋਏ ਵੀ ਦੇਖੇ ਨੇ, ਪੱਥਰ 'ਤੇ ਪੱਥਰ, ਪੱਥਰ 'ਤੇ ਪੱਥਰ। ਪਰ ਇਸ ਹਾਲਾਤ 'ਚ ਤੁਸੀਂ ਕੀ ਕਰ ਰਹੇ ਹੋ ਜਦੋਂ ਇੰਨੇ ਟਕਰਾਅ ਚੱਲ ਰਹੇ ਹੈ? 6 ਮਹੀਨਿਆਂ ਤੋਂ ਬਾਰਡਰਾਂ 'ਤੇ ਲੋਕ ਬੈਠੇ ਹੋਏ ਨੇ, ਤੁਹਾਡੇ ਟੋਲ ਪਲਾਜੇ ਉਹ ਚੱਲਣ ਨਹੀਂ ਦੇ ਰਹੇ, ਉਹਨਾਂ ਦੀ ਇੱਕ ਐਡੀ ਲੰਬੀ ਮੂਵਮੈਂਟ ਹੈ। ਫਿਰ ਤੁਸੀਂ ਉਹਨਾਂ ਨੂੰ ਛੇੜ ਰਹੇ ਹੋ, ਇੱਕ ਟਾਈਪ ਦਾ ਉਤਸ਼ਾਹਿਤ ਕਰ ਰਹੇ ਹੋ, ਚੜਾ ਰਹੇ ਹੋ ਕਿ ਲੈ ਮੈਂ ਤਾਂ ਚੱਲਿਆ ਕਰਨ, ਫਿਰ ਤੂੰ ਕੀ ਕਰ ਲਏਗਾ। ਜਾਂ ਤਾਂ ਇੱਕ ਇਹੀ ਸੱਦਾ ਦੇ ਰਹੇ ਹੋ ਨਾ। ਤਾਂ ਉਸ ਦਿਨ ਫਿਰ ਜਦੋਂ ਕਿਸਾਨ ਇਹਨਾਂ ਦਾ ਘਿਰਾਓ ਕਰਨ ਗਏ ਸੀ ਤਾਂ ਉੱਥੇ ਲਾਠੀ ਚਾਰਜ ਹੋਇਆ, ਔਰਤਾਂ 'ਤੇ, ਬੱਚਿਆਂ 'ਤੇ, ਬਜ਼ੁਰਗਾਂ 'ਤੇ ਲਾਠੀ ਚਾਰਜ ਹੋਇਆ, ਵਾਟਰ ਕੈਨਨ ਯੂਜ ਕੀਤੀ, ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ, ਇਹ ਸਾਰੀਆਂ ਚੀਜ਼ਾਂ ਹੋਈਆਂ, ਜ਼ਖਮੀ ਵੀ ਹੋਏ ਲੋਕ ਉਸ ਲੈਵਲ 'ਤੇ। ਪਰ ਉਸੇ ਦਿਨ ਵੀ ਜਦੋਂ ਸੱਦਾ ਦਿੱਤਾ ਗਿਆ ਕਿ ਕੁਝ ਸੜਕਾਂ ਜਾਮ ਹੋ ਗਈਆਂ, IG ਦਾ ਘਿਰਾਓ ਕੀਤਾ ਗਿਆ। ਕਿਹਾ ਇਹ ਜਾ ਰਿਹਾ ਕਿ ਕਿਸਾਨ ਆਗੂਆਂ ਨੂੰ ਉਹਨਾਂ ਨੇ ਬੁਲਾਇਆ ਸੀ, IG ਹਿਸਾਰ ਨੇ, ਉਹਦੇ ਨਾਲ ਗੱਲ ਤੈਅ ਹੋ ਗਈ ਸੀ ਵੀ ਚਲੋ ਸਾਰੇ ਜਿਹੜੇ ਗ੍ਰਿਫਤਾਰ ਨੇ ਉਹ ਵੀ ਛੱਡਤੇ ਅਤੇ ਪਰਚਾ ਵੀ ਕਿਸੇ 'ਤੇ ਦਰਜ ਨਹੀਂ ਹੋਏਗਾ। ਅਤੇ ਮੁੜ ਕੇ ਇਹ ਪਤਾ ਲੱਗਿਆ ਕਿ ਉਹ ਚਲੇ ਤਾਂ ਗਏ ਸਾਰਾ ਕੁਝ, ਅਤੇ ਕਿਸਾਨਾਂ ਨੂੰ ਇਹ ਪਤਾ ਲੱਗਿਆ ਵੀ ਪਰਚਾ ਤਾਂ ਸਾਡੇ 'ਤੇ ਦਰਜ ਕਰਤਾ ਹੈ। ਉਹ ਫਿਰ ਲੀਡਰਾਂ ਕੋਲ ਗਏ, ਜਿਹੜੇ ਸੰਯੁਕਤ ਮੋਰਚੇ ਦੇ ਆਗੂ ਸੀ, ਖਾਸ ਤੌਰ 'ਤੇ ਜਿਹੜੇ ਗੁਰਨਾਮ ਸਿੰਘ ਚਡੂਨੀ ਜਾਂ ਬਾਕੀ ਦੇ ਲੋਕ, ਵੀ ਪਰਚੇ ਤਾਂ ਖੜ੍ਹੇ ਨੇ ਸਾਡੇ 'ਤੇ। ਤਾਂ ਕਿਸਾਨਾਂ ਨੂੰ ਦਾ ਗੁੱਸਾ ਵਧਣਾ ਸੁਭਾਵਿਕ ਸੀ ਕਿ ਤੁਸੀਂ ਸਾਡੇ ਨਾਲ ਇੱਕ ਐਗਰੀਮੈਂਟ ਕਰਕੇ ਉਹਦੇ ਤੋਂ ਪਿੱਛੇ ਹਟ ਰਹੇ ਹੋ ਅਤੇ ਹੁਣ ਸਾਡੇ 'ਤੇ ਪਰਚੇ ਦਰਜ ਕਰ ਰਹੇ ਹੋ ਉਸ ਪੱਧਰ ਦੇ ਉੱਤੇ, ਅਤੇ ਇਹ ਪਰਚੇ ਵਿਡਣਾ। ਫਿਰ ਉਹਨਾਂ ਨੇ ਇੱਕ ਚੈਲੰਜ ਦਿੱਤਾ ਸੀ ਕਿ ਅਸੀਂ 24 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਾਂਗੇ, ਜਾਂ ਉਹ ਤੋਂ ਪਹਿਲਾਂ ਤੁਸੀਂ ਆਪਣੇ ਸਮਝੌਤੇ 'ਤੇ ਉਹ ਕਰੋ ਅਤੇ ਨਹੀਂ ਤਾਂ ਨਹੀਂ। ਪਰ ਗੌਰਮੈਂਟ ਨੇ ਫਿਰ ਨਹੀਂ ਕੀਤਾ, ਅਤੇ ਇਸੇ ਕਰਕੇ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਅਤੇ ਸਮੁੱਚਾ ਕਿਸਾਨ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਵੀ ਆਈ। ਕਿਸਾਨ ਮੋਰਚੇ ਦੀ ਲੀਡਰਸ਼ਿਪ 'ਚ ਟਕੈਤ ਵੀ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਚਡੂਨੀ, ਉਹਨਾਂ ਤੋਂ ਇਲਾਵਾ ਵੀ ਈਵਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਪੰਜਾਬ ਦੇ ਵੀ ਉਹ ਸਾਰੇ ਲੀਡਰ ਉੱਥੇ ਸ਼ਾਮਲ ਹੋਏ। ਹੁਣ ਐਡੇ ਵੱਡੇ ਇਕੱਠ ਦੇ ਵਿੱਚ ਸਰਕਾਰ ਕਹਿੰਦੀ ਹੈ ਕਰੋਨਾ ਫੈਲਾਉਣ ਦਾ ਕਿਹੜਾ ਆਧਾਰ ਕੀ ਬਣਿਆ? ਆਧਾਰ ਬਣਿਆ ਕਿ ਚੀਫ ਮਿਨਿਸਟਰ ਜਾਂਦਾ ਉੱਥੇ ਇਕੱਠ ਕਰਕੇ ਇੱਕ ਉਦਘਾਟਨ ਕਰਨ ਜਾਂਦਾ। ਪਹਿਲਾਂ ਤਾਂ ਉਹਨੇ ਉਹ ਸ਼ੁਰੂਆਤੀ ਗਲਤੀ ਹੈ। ਅੱਜ ਜਿਹੜੇ ਲੀਡਰਾਂ ਨੇ ਉੱਥੇ ਮੰਗ ਕੀਤੀ ਹੈ, ਉਹ ਮੰਗ ਇਹ ਕੀਤੀ ਹੈ ਬੇਸਿਕਲੀ ਕਿ ਜੇ ਪ੍ਰੋਟੋਕੋਲ ਕਰੋਨਾ ਦਾ ਅਸੀਂ ਤੋੜਿਆ ਤਾਂ ਮੁੱਖ ਮੰਤਰੀ ਨੇ ਵੀ ਤੋੜਿਆ। ਜਿਹੜਾ ਕਿਸਾਨਾਂ 'ਤੇ ਪਰਚਾ ਦਰਜ ਹੋਇਆ ਉਹੀ ਮੁੱਖ ਮੰਤਰੀ 'ਤੇ ਵੀ ਹੋਣਾ ਚਾਹੀਦਾ। ਅਤੇ ਜੇ ਅਸੀਂ ਉੱਥੇ ਗਲਤੀ ਕੀਤੀ ਹੈ ਕੋਈ ਹੋਰ ਇਹ ਕੰਮ ਕਰਨ ਦੇ ਲਈ ਅਤੇ ਗੈਰ ਕਾਨੂੰਨੀ ਕੰਮ ਕੀਤਾ, ਜੀ ਘਿਰਾਓ ਕੀਤਾ, ਤਾਂ ਤੁਹਾਨੂੰ ਇਹ ਲੱਗਦਾ, ਹਾਲਾਂਕਿ ਇਹ ਫੰਡਾਮੈਂਟਲ ਰਾਈਟ ਹੈ ਸੰਵਿਧਾਨ ਦੇ ਵਿੱਚ ਕਿ ਅਸੀਂ ਪ੍ਰੋਟੈਸਟ ਪੀਸਫੁਲੀ ਕਰ ਰਹੇ ਹਾਂ। ਸਾਡਾ ਜਿਹੜਾ ਅੰਦੋਲਨ ਸੀ ਉਹ ਸ਼ਾਂਤਮਈ ਰਿਹਾ, ਅਸੀਂ ਕੁਝ ਨਹੀਂ ਕੀਤਾ। ਪਰ ਔਰਤਾਂ ਦੇ ਬੰਦੇ ਡਾਂਗਾ ਮਾਰਨ, ਤੁਸੀਂ ਪੀਸਫੁਲ ਸਟਰਗਲ ਦੇ ਉੱਤੇ ਲਾਠੀ ਚਾਰਜ ਕਰੋ, ਇਹ ਵੀ ਤਾਂ ਗੈਰ ਕਾਨੂੰਨੀ ਹੈ। ਅਤੇ ਜੇ ਇਹ ਗੈਰ ਕਾਨੂੰਨੀ ਹੈ ਤਾਂ ਜਿਹੜੇ ਦੋਸ਼ੀ ਨੇ ਉਹਨਾਂ 'ਤੇ ਫਿਰ ਪਰਚੇ ਦਰਜ ਕਰੋ, ਜੇ ਸਾਡੇ 'ਤੇ ਪਰਚੇ ਦਰਜ ਕਰਦੇ ਹੋ। ਨਹੀਂ ਤਾਂ ਲੜਾਈ ਹੋਊਗੀ ਤਾਂ ਕਿਸੇ 'ਤੇ ਵੀ ਕੋਈ ਪਰਚਾ ਨਹੀਂ, ਅਤੇ ਸਾਰੇ ਇੱਕ ਦੂਜੇ ਨਾਲ ਚਲੋ ਜੀ ਉਹ ਹੋ ਗਿਆ ਸੀ ਇੱਕ ਸਮਝੌਤਾ। ਇਸੇ ਕਰਕੇ ਹੁਣ ਐਡਾ ਵੱਡਾ ਉਤਸ਼ਾਹ ਕਿਸਾਨਾਂ ਦਾ, ਇਹਦਾ ਮਤਲਬ ਇਹ ਗੱਲ ਨਜ਼ਰ ਆ ਰਹੀ ਹੈ। ਜਿਹੜੇ ਲੋਕ ਇਹ ਵੀ ਕਹਿੰਦੇ ਨੇ ਸਿੰਘੂ ਬਾਰਡਰ ਜਾਂ ਫਲਾਣੇ 'ਤੇ ਘਟ ਗਏ, ਅਤੇ ਜਦੋਂ ਵੀ ਕਾਲ ਆਉਂਦੀ ਹੈ ਉਦੋਂ ਕਿਸਾਨ ਕਿਵੇਂ ਇਕੱਠੇ ਕਿਸ ਲੈਵਲ 'ਤੇ ਹੋ ਸਕਦੇ ਨੇ। ਅੰਦੋਲਨ ਦਾ ਪ੍ਰਭਾਵ ਕਿਸ ਹੱਦ ਤੱਕ ਘਰ ਚੁੱਕਿਆ ਲੋਕਾਂ ਦੇ ਦਿਮਾਗਾਂ ਦੇ ਵਿੱਚ, ਇਹ ਸਰਕਾਰ ਨੂੰ ਚੇਤਣਾ ਚਾਹੀਦਾ।
ਔਰ ਉਹ ਗੱਲਬਾਤ ਲਈ ਗਏ ਸੀ ਗਏ ਹੋਏ ਨੇ ਲੀਡਰਸ਼ਿਪ ਅਜੇ ਤੱਕ ਉਹਦੇ ਚੋਂ ਕੀ ਨਿਕਲਦਾ ਹੈ ਕੀ ਨਹੀਂ ਉਹ ਅਲੱਗ ਸਵਾਲ ਹੈ ਔਰ ਉਹਨਾਂ ਦੀ ਡਿਮਾਂਡ ਦਾ ਦਾਇਰਾ ਵਧਣਾ ਸੁਭਾਵਿਕ ਹੈ। ਹੁਣ ਕਿਸਾਨ ਆਗੂਆਂ ਨੇ ਇਹੀ ਕਿਹਾ ਕਿ ਤੁਸੀਂ ਜਾਂ ਤਾਂ ਸਮੁੱਚੇ ਕੇਸ ਜਿਹੜੇ ਹੁਣ ਤੱਕ ਪਾਏ ਨੇ ਕਰੋਨਾ ਦੇ ਨਾਂ 'ਤੇ ਜਾਂ ਕਿਸਾਨਾਂ ਦੇ ਵੱਖ-ਵੱਖ ਟਾਈਪ ਦੇ ਨਾਂ 'ਤੇ ਤੋਂ ਪਹਿਲਾਂ ਵੀ ਤਾਂ ਚਡੂਨੀ ਉਹਨਾਂ ਤੇ ਉਹਨਾਂ ਦੀਆਂ ਟੀਮਾਂ 'ਤੇ 307 ਦੇ ਵੀ ਹੋਰ ਕਈ ਕੇਸ ਵੀ ਦਰਜ ਕੀਤੇ ਹੋਏ ਨੇ ਤੋਂ ਪੁਰਾਣੇ ਤਾਂ ਉਸ ਪੱਧਰ 'ਤੇ ਚੱਲੇਗਾ। ਨਹੀਂ ਤਾਂ ਇੱਕ ਗਵਰਨਮੈਂਟ ਆਫ ਇੰਡੀਆ ਖਿਲਾਫ ਚੱਲ ਹੀ ਰਿਹਾ ਇੱਥੇ ਵੀ ਬੀਜੇਪੀ ਦੀ ਸਰਕਾਰ ਹੈ ਤਾਂ ਇੱਕ ਅੰਦੋਲਨ ਦਾ ਇੱਕ ਹੋਰ ਪੜਾਅ ਬਣ ਜਾਊਗਾ ਜੇਕਰ ਇਸੇ ਤਰੀਕੇ ਨਾਲ ਰਿਹਾ। ਪਰ ਸਰਕਾਰਾਂ ਨੂੰ ਮੇਰੇ ਖਿਆਲ ਹੈ ਚੱਲ ਰਹੇ ਬੰਦਿਆਂ ਨੂੰ ਪ੍ਰਵੋਕ ਨਹੀਂ ਕਰਨਾ ਹੁੰਦਾ, ਉਹਨਾਂ ਨੂੰ ਨੇੜੇ ਲਾਉਣਾ ਹੁੰਦਾ, ਉਹਨਾਂ ਨਾਲ ਭਰੋਸੇਯੋਗਤਾ ਬਣਾ ਕੇ ਉਹਨਾਂ ਨਾਲ ਗੱਲ ਕਰਨ ਦਾ ਕੋਈ ਰਾਹ ਤਲਾਸ਼ਣਾ ਹੁੰਦਾ, ਸੌਖਾ ਤਰੀਕਾ ਲੱਭਣ ਦੀ ਕੋਸ਼ਿਸ਼ ਹੁੰਦੀ ਹੈ, ਠੰਡੇ ਸਿੱਟੇ ਮਾਰਨ ਦੀ ਗੱਲ ਹੁੰਦੀ ਹੈ। ਤੁਸੀਂ ਜੇਕਰ ਇਸ ਪੱਧਰ 'ਤੇ ਚੱਲੋਗੇ ਤਾਂ ਹੌਲੀ ਹੌਲੀ ਹਾਲਾਤ ਖਰਾਬ ਹੋ ਸਕਦੇ ਨੇ। ਔਰ ਅੱਜ ਵੀ ਲੀਡਰਾਂ ਨੇ ਚੰਗੀ ਅਪੀਲ ਇਹੀ ਕੀਤੀ ਹੈ ਸਾਰੇ ਕਿਸਾਨਾਂ ਨੂੰ ਕਿ ਸਾਡਾ ਅੰਦੋਲਨ ਪੀਸਫੁਲ ਰਹਿਣਾ ਚਾਹੀਦਾ ਔਰ ਪੀਸਫੁਲ ਹੀ ਰਹੇ, ਇਹੀ ਇਹਦੀ ਤਾਕਤ ਹੈ। ਅਤੇ ਕੱਲ੍ਹ ਨੂੰ ਜੇਕਰ ਪੁਲਿਸ ਵਾਰ-ਵਾਰ ਲਾਠੀ ਚਾਰਜ ਕਰਦੀ ਹੈ ਤਾਂ ਕਈ ਜੰਗ ਖੂਨ ਹੈ, ਜੰਗ ਬਲੱਡ ਹੈ, ਜਿਹੜਾ ਨੌਜਵਾਨੀ ਹੈ ਉਹ ਟਕਰਾਅ 'ਚ ਵੀ ਆ ਸਕਦੀ ਹੈ ਅਤੇ ਉਸੇ ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਅਤੇ ਇਹਦੇ ਨਾਲ ਹਾਲਾਤ ਵਿਗੜਨਗੇ। ਸਰਕਾਰਾਂ ਦੀ ਇਹਦੇ 'ਚ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਇਹ ਮਾਮਲੇ ਨੂੰ ਹੱਲ ਕਰਨ ਦੀ ਲੋੜ ਹੈ। ਜੀ ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਦਿੱਲੀ ਦੇ ਬਰੂਹਾਂ 'ਤੇ ਜਿਹੜਾ ਅੰਦੋਲਨ ਚੱਲ ਰਿਹਾ ਉੱਥੇ ਵੀ ਕਿਸਾਨਾਂ ਦੇ ਵੱਡੇ ਕਾਫਲੇ ਪਹੁੰਚਣੇ ਸ਼ੁਰੂ ਹੋ ਗਏ ਨੇ। ਪੰਜਾਬ ਤੋਂ ਹਰਿਆਣੇ ਤੋਂ ਜਿਹੜਾ ਹੈਗਾ ਰੋਜ਼ ਹੁਣ ਕੋਈ ਰੋਜ਼ਾਨਾ ਦੀ ਤਰ੍ਹਾਂ ਜਾਂ ਕੋਈ ਹਫ਼ਤਾਵਾਰੀ ਜਿਹੜਾ ਹੈਗਾ ਵੱਡੇ ਵੱਡੇ ਕਾਫਲੇ ਕਿਸਾਨ ਜਥੇਬੰਦੀਆਂ ਦੇ ਪਹੁੰਚ ਰਹੇ ਨੇ। ਕੱਲ੍ਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜਾ ਹੈ ਖਨੌਰੀ ਬਾਰਡਰ ਤੋਂ ਬਹੁਤ ਵੱਡੇ ਕਾਫਲੇ ਗਏ ਨੇ। ਉੱਧਰ ਚਡੂਨੀ ਦੀ ਅਗਵਾਈ 'ਚ ਹਰਿਆਣਾ ਤੋਂ ਕਾਫਲੇ ਜਿਹੜੇ ਆ ਦਿੱਲੀ ਪਹੁੰਚੇ ਨੇ। ਅਸੀਂ ਜਾਣਨਾ ਚਾਹਾਂਗੇ ਦਿੱਲੀ ਵਿੱਚ ਹੁਣ ਕਿਸ ਤਰ੍ਹਾਂ ਜਿਹੜਾ ਹੈਗਾ ਕਿਸਾਨਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਕਿਸ ਤਰ੍ਹਾਂ ਉੱਥੇ ਪਹੁੰਚ ਰਹੇ ਨੇ। ਮੈਂ ਖੁਦ ਜਾ ਕੇ ਆਇਆ ਦਿੱਲੀ, ਕੱਲ੍ਹ ਹੀ ਵਾਪਸ ਆਇਆ ਅਤੇ ਮੈਨੂੰ ਪਤਾ ਕਿਉਂਕਿ ਹੁਣ ਜਦੋਂ ਅਪ੍ਰੈਲ 'ਚ ਗਿਆ ਸੀ ਤਾਂ ਅਪ੍ਰੈਲ ਨਾਲੋਂ ਹੁਣ ਬਹੁਤ ਜ਼ਿਆਦਾ ਫਰਕ ਹੈ। ਅਪ੍ਰੈਲ 'ਚ ਇੱਕ ਵਾਰ ਕਿਉਂਕਿ ਹਾੜੀ ਦਾ ਸੀਜ਼ਨ ਸੀ, ਕਾਫੀ ਲੋਕਾਂ ਦਾ ਘਟ ਗਿਆ ਸੀ ਉਹ। ਔਰ ਤੁਸੀਂ ਦੇਖੋ ਕਿ ਉੱਥੇ 3 ਦਿਨ ਤਾਂ ਹੁਣ ਇੰਨਾ ਝੱਖੜ ਰਿਹਾ ਸੀ ਅਤੇ ਇੰਨੇ ਟੈਂਟ ਪੱਟੇ ਗਏ, ਬਾਕੀ ਚੀਜ਼ਾਂ ਹੋ ਗਈਆਂ ਅਤੇ ਉਹ ਸਾਰੀਆਂ ਚੀਜ਼ਾਂ ਦੇ ਬਾਅਦ ਜੋ ਲੋਕ ਰਿਪੇਅਰ ਕਰਨ 'ਤੇ ਲੱਗੇ ਹੋਏ ਨੇ ਜਿੰਨੇ ਵੀ ਆਪੋ ਆਪਣਾ ਚੀਜ਼ਾਂ। ਘਰਾਂ ਦਾ ਰਿਪੇਅਰ ਕਰਨ ਦਾ ਮਤਲਬ ਕੀ ਹੁੰਦਾ? ਘਰਾਂ ਦਾ ਰਿਪੇਅਰ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਦਾਅ ਦੀ ਲੜਾਈ ਲੜਨ ਲਈ ਤਿਆਰ ਹੋ ਰਹੇ ਹੋ ਅਤੇ ਜਿਨ੍ਹਾਂ ਨੂੰ ਵੀ ਤੁਸੀਂ ਪੁੱਛਦੇ ਹੋ ਜਾ ਕੇ ਉਹ ਕਹਿੰਦੇ ਜੀ ਚਲੋ ਇਹ ਸਾਨੂੰ ਟੈਂਪਰੇਰੀ ਸੀ, ਪਤਾ ਨਹੀਂ ਸੀ ਤੂਫਾਨ ਹੋਣੇ ਆ ਜਾਊ, ਪ੍ਰਬੰਧ ਤਾਂ ਅਸੀਂ ਕਰਨਾ ਸੀ ਅਗਲੀ ਬਰਸਾਤ ਦਾ ਠੀਕ ਤਰੀਕੇ ਨਾਲ, ਕੋਈ ਉੱਪਰ ਕਾਗਜ਼ ਪਾ ਰਿਹਾ, ਕੋਈ ਕੁਛ ਪਾ ਰਿਹਾ। ਅਤੇ ਉੱਥੇ ਜਿਹੜੇ ਬਾਕੀ ਦੇ ਲੋਕ ਵੀ ਮਦਦਗਾਰ ਵੀ ਨੇ। ਡਾਕਟਰ ਸਵੈਮਾਨ ਦਾ ਉਹ ਕੈਲੀਫੋਰਨੀਆ ਪਿੰਡ ਹੈ, ਉਹ ਕਹਿੰਦਾ ਸੀ ਹੁਣ ਇੰਗਲਾਰਨ ਲਾ ਕੇ ਜਿਹੜੇ ਪੱਕੇ ਲੋਹੇ ਦੇ ਇੰਗਲਾਰਨ ਵਾਲੇ 1100 ਘਰ ਬਣਾ ਚੁੱਕੇ ਹਾਂ, 400 ਹੁਣੇ ਅਜੇ ਹੋਰ ਬਣਾਉਣਾ ਇਸ ਟਾਰਗੇਟ ਦੇ ਵਿੱਚ, ਜਿਹੜੇ ਲੋਕਾਂ ਦੀ ਡਿਮਾਂਡ 'ਤੇ ਕਿਸਾਨਾਂ ਦੀ ਡਿਮਾਂਡ ਦੇ ਉੱਤੇ, ਜਿਹੜਾ ਟਰਾਲੀਆਂ ਤੋਂ ਦੂਜਿਆਂ ਤੋਂ ਬਿਨਾਂ ਹੈ, ਜਿਹੜਾ ਵੱਖ-ਵੱਖ ਟਾਈਪ ਦਾ, ਤਾਂ ਕਿ ਉਹਦੇ 'ਚ ਗੱਲ ਨਾ ਹੋਵੇ। ਔਰ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਤਾਂ ਉਹ ਆਰ-ਪਾਰ ਦੀ ਲੜਾਈ ਦੇ ਮੂਡ 'ਚ ਬੈਠੇ ਹੋਏ ਨੇ ਕਿ ਸਰਕਾਰ ਨੇ ਜੋ ਕਰਨਾ ਕਰੇ ਅਤੇ ਬਾਕੀ ਗਿਣਤੀ ਵੀ ਜਿਹੜੀ ਹੈ ਉਹ ਐਡੇ ਵੱਡੇ ਪੱਧਰ 'ਤੇ ਜੇ ਲਗਭਗ 24-25 ਕਿਲੋਮੀਟਰ ਦਾ ਟਿੱਕਰੀ ਸ਼ੁਰੂ ਹੋ ਕੇ ਇੱਧਰਲੀ ਰੋਡ ਤੋਂ ਉੱਥੇ ਤੱਕ ਜਾਂਦਾ ਸਿੱਧਾ ਪੁਲ ਤੱਕ, ਅਤੇ ਇੱਧਰ ਦੂਜੇ ਪਾਸੇ ਵੀ ਘਰ ਉਹਨੇ ਨੇ, ਸਾਰਾ ਕੁਛ ਉਹਨਾਂ ਖੜ੍ਹਾ ਹੋਇਆ। ਜੇ ਉਹਦੇ 'ਚ ਪਹਿਲਾਂ ਨਾਲੋਂ ਕੁਝ ਸੰਖਿਆ ਘਟੀ ਵੀ ਹੈ ਪਰ ਜਿਹੜਾ ਬੁਨਿਆਦੀ ਢਾਂਚਾ ਇਨਫਰਾਸਟਰਕਚਰ ਉੱਥੇ ਕਾਇਮ ਹੈ, ਉਹਦੇ 'ਚ ਬੰਦੇ ਵੀ ਬੈਠੇ ਹੋਏ ਨੇ। ਅਤੇ ਜੇ ਤੁਸੀਂ ਵੈਸੇ ਹੀ ਅੰਦਾਜ਼ਾ ਲਾ ਕੇ ਦੇਖੋ ਕਿ ਕਿੰਨੇ ਘਰ ਨੇ ਉੱਥੇ, ਕਿੰਨੇ ਟਰਾਲੀਆਂ ਨੇ, ਉਹਦੇ ਨਾਲ 2-2 4-4 ਬੰਦੇ ਵੀ ਲਾਓ ਤਾਂ ਵੀ 40,000 ਬੰਦਾ ਬੈਠਾ ਹੋਇਆ ਉੱਥੇ, ਜਿਹਦਾ ਅੰਦਾਜ਼ਾ ਨਹੀਂ। ਇਹ ਥੋੜ੍ਹੇ ਨਹੀਂ ਹੁੰਦੇ, ਐਡਾ ਲੰਮਾ ਸਮਾਂ ਦੇ ਜਦੋਂ ਉਹ ਬੁਲਾਉਂਦੇ ਨੇ। ਹੁਣ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੋਇਆ ਕਿ ਹਰ ਹਫ਼ਤੇ ਉਗਰਾਹਾਂ ਗਰੁੱਪ ਨੇ ਕੀਤਾ, ਸੰਡੇ ਵਾਲੇ ਦਿਨ ਸਾਡਾ ਜਥਾ ਜਾਇਆ ਕਰੇਗਾ, ਹਫ਼ਤੇ ਲਈ ਜਾਊਗਾ 4-5 ਹਜ਼ਾਰ ਦਾ, ਫਿਰ ਹਫ਼ਤੇ ਬਾਅਦ ਨਵਾਂ ਜਾਊਗਾ ਤਾਂ ਨਵਾਂ ਵਾਪਸ ਆਊਗਾ। ਚੜੂਨੀ ਦੀ ਅਗਵਾਈ 'ਚ ਲਗਭਗ ਐਡਾ ਹੀ ਜਥਾ ਇੱਕ ਗਿਆ, ਇੱਦੋਂ ਪਹਿਲਾਂ ਜਥੇਬੰਦੀਆਂ ਦਾ ਗਿਆ। ਹੁਣ ਵੀ ਜਿਵੇਂ ਜਿਵੇਂ ਇਹ ਮਾਹੌਲ ਇਸ ਟਾਈਪ ਦਾ ਬਣੂਗਾ ਤਾਂ ਬੰਦੇ ਜਾਂਦੇ ਰਹਿਣਗੇ। ਮੇਰੇ ਖਿਆਲ ਹੁਣ ਕਿਸਾਨ ਲੀਡਰਾਂ ਨੇ ਸਗੋਂ ਇੱਕ ਗੱਲ ਕੀਤੀ ਹੈ ਕਿ ਐਨਰਜੀ ਬਿਨਾਂ ਮਤਲਬ ਵੇਸਟ ਨਾ ਕਰੋ, ਵੱਖ-ਵੱਖ ਸਮਿਆਂ 'ਤੇ ਇੱਕ ਵੱਡੇ ਇਕੱਠ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਉਦੋਂ ਬੰਦੇ ਜਾਣ ਅਤੇ ਇੱਕ ਦਿਖਾਓ ਅਤੇ ਬਾਕੀ ਕੰਮ ਵੀ ਕਰੋ। ਸਾਰੇ ਇਕੱਲੇ ਇੰਨੇ ਬੈਠਣ ਦੇ ਜਦੋਂ ਸਸਟੇਨ ਕਰਨਾ ਲੰਮਾ ਟਕਰਾਓ। ਔਰ ਇਹ ਮੈਨੂੰ ਲੱਗਦਾ ਕਿ ਠੀਕ ਵੀ ਹੈ ਰਣਨੀਤੀ, ਮੁਕਾਬਲਤਨ ਚੰਗੀ ਰਣਨੀਤੀ ਹੈ। ਇੱਕ ਉੱਥੇ ਇੰਨੇ ਬੰਦੇ ਬੈਠੇ ਰਹਿਣ ਲਗਾਤਾਰ, ਜਦੋਂ ਵੀ ਕੋਈ ਇੰਪੋਰਟੈਂਟ ਦਿਨ ਆਉਂਦਾ ਜਾਂ ਜਿਵੇਂ ਅੱਜ ਵੀ ਉੱਥੇ ਟਕਾਇਤ ਨੇ ਇਹ ਕਿਹਾ ਕਿ ਹਰ 26 ਤਰੀਕ ਨੂੰ ਅਸੀਂ ਨਵਾਂ ਕੋਈ ਸੱਦਾ ਦਿਆ ਕਰਾਂਗੇ ਤਾਂ ਕਿ ਜਦ ਮਹੀਨਾ ਬਦਲ ਜਾਇਆ ਕਰੂ ਨਵਾਂ ਸੱਦਾ ਦਿਆਂਗੇ। ਉਹ ਆਪਣੇ ਆਪ ਦੇ ਵਿੱਚ ਇੱਕ ਠੀਕ ਰਣਨੀਤੀ ਹੈ। ਬੰਦੇ ਥੱਕਦੇ ਵੀ ਨਹੀਂ ਹੈ ਅਤੇ ਇੱਕ ਆਪਣਾ ਕੰਮ ਵੀ ਹੁੰਦਾ ਅਤੇ ਬਾਕੀ ਗੱਲਾਂ ਵੀ ਕਰਦੇ ਰਹਿੰਦੇ ਨੇ। ਇਸ ਲਈ ਮੈਨੂੰ ਲੱਗਿਆ ਉੱਥੇ ਜਿੰਨੇ ਵੀ ਬੰਦੇ ਨੇ, ਜਿੰਨੇ ਬੰਦੇ ਨੂੰ ਮਿਲ ਕੇ ਵੀ ਕਿਸੇ 'ਚ ਕੋਈ ਉਤਸ਼ਾਹ ਦੀ ਜਾਂ ਇਸ ਲੈਵਲ ਦੀ ਕਮੀ ਨਹੀਂ ਆਈ ਕਿ ਉਹ ਡਿਮੋਰਲਾਈਜ਼ ਹੋ ਕੇ ਕਹਿੰਦੇ ਨੇ ਨਹੀਂ ਜੀ ਹੁਣ ਤਾਂ ਨਿਬੜ ਨਹੀਂ ਰਿਹਾ, ਹੁਣ ਤਾਂ ਇਹੋ ਜਿਹਾ ਕੰਮ ਹੈ, ਜੇ ਹੈ ਉਹ ਹੈ। ਤਾਂ ਇਹਦੀ ਜਿਹੜੀ ਦ੍ਰਿੜਤਾ ਹੈ, ਡਿਟਰਮੀਨੇਸ਼ਨ ਹੈ, ਉਹ ਬੰਦੇ ਇਹਨੂੰ ਇੱਜ਼ਤ ਦਾ ਸਵਾਲ ਬਣ ਚੁੱਕੇ ਹੈ। ਆਫਟਰ ਆਲ ਜੇ ਸਰਕਾਰ ਕਹਿੰਦੀ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਨਾ ਨਰਿੰਦਰ ਮੋਦੀ ਦੀ,
ਤਾਂ ਐਡੇ ਵੱਡੇ ਦੇਸ਼ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਵੀ ਤਾਂ ਇੱਜ਼ਤ ਦਾ ਸਵਾਲ ਹੈ। ਬਿਲਕੁਲ। ਤੇ ਜੇ ਸਰਕਾਰ ਦੀ ਇੱਜ਼ਤ ਨਾਗਰਿਕਾਂ ਨਾਲੋਂ ਵੱਡੀ ਹੈ, ਲੋਕਤੰਤਰ ਦੇ ਵਿੱਚ ਲੋਕਾਂ ਨਾਲੋਂ ਵੱਡੀ ਹੈ, ਉਹ ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ 'ਚ ਲੋਕ ਵੱਡੇ ਹੁੰਦੇ ਨੇ, ਨੱਕ ਦਾ ਸਵਾਲ ਸਰਕਾਰ ਬਣਾ ਰਹੀ ਹੈ। ਤੇ ਜੇ ਲੋਕ ਬਣਾ ਕੇ ਬੈਠ ਜਾਣਗੇ ਤਾਂ ਫਿਰ ਉਹ ਅੰਤਿਮ ਦਮ ਤੱਕ ਬੈਠਣਗੇ ਵੀ ਜਿੰਨਾ ਚਿਰ ਇਹ ਬੰਦਾ ਗੱਦੀ ਤੇ ਉਹਨਾਂ ਚਿਰ ਅਸੀਂ ਬੈਠਾਂਗੇ। ਜੀ। ਫਿਰ ਤਾਂ ਇਹੀ ਉਹਦੇ ਚੋਂ ਦਲੀਲ ਨਿਕਲਦੀ ਹੈ, ਔਰ ਇਹ ਦਲੀਲ ਲੋਕਾਂ ਨੇ ਨੂੰ ਲੋਕ ਉਸ ਪਾਸੇ ਵੱਲ ਜਾ ਰਹੇ ਨੇ, ਇਸੇ ਕਰਕੇ ਲੋਕ ਬੈਠੇ ਹੋਏ ਨੇ। ਬਿਲਕੁਲ। ਹਮੀਰ ਸਿੰਘ ਜੀ, ਇਹ ਤਾਂ ਸੀ ਭਾਜਪਾ ਦੀ ਗੱਲ ਜਾਂ ਕਿਸਾਨ ਅੰਦੋਲਨ ਦੀ। ਜੇਕਰ ਗੱਲ ਕਰੀਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਟਿਆਲੇ ਦੇ ਵਿੱਚ ਉਹਨਾਂ ਦੀ ਰਿਹਾਇਸ਼ ਦੇ ਬਾਹਰ 3 ਦਿਨ ਦਾ ਧਰਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਤੇ ਅਪੀਲ ਕੀਤੀ ਸੀ ਮੁੱਖ ਮੰਤਰੀ ਨੇ ਵੀ ਕਿ ਧਰਨਾ ਕਰੋਨਾ ਕਰਕੇ ਨਾ ਦਿੱਤਾ ਜਾਵੇ। ਪਰ ਉਹਨਾਂ ਨੇ ਅੱਜ ਕਿਸਾਨ ਯੂਨੀਅਨ ਨੇ ਜਿਹੜੀ ਉਹਨਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਅਸੀਂ ਜਾਣਨਾ ਚਾਹਾਂਗੇ ਇੱਕ ਤਾਂ ਇਹ ਧਰਨੇ ਦੇ ਪਿੱਛੇ ਕਾਰਨ ਕੀ ਸੀਗਾ ਤੇ ਉਹਨਾਂ ਨੇ ਕਿਹਨਾਂ ਪਹਿਲੂਆਂ ਦੇ ਆਧਾਰ ਤੇ ਜਿਹੜੀ ਉਹਨਾਂ ਦੀ ਅਪੀਲ ਜਿਹੜੀ ਹੈਗੀ ਖਾਰਜ ਕੀਤੀ ਹੈ। ਅਸਲ ਦੇ ਵਿੱਚ ਤਾਂ ਇਹੀ ਅਪੀਲ ਕੀਤੀ ਹੈ ਅਮਰਿੰਦਰ ਸਿੰਘ ਨੂੰ, ਇਹ ਸੀ ਕਿ ਵੀ ਚਲੋ ਕੇਂਦਰ ਸਰਕਾਰ ਖਿਲਾਫ ਚੱਲ ਰਿਹਾ ਤਾਂ ਠੀਕ ਹੈ ਕੰਮ, ਜਦੋਂ ਮੇਰੇ ਖਿਲਾਫ ਆਏਗਾ ਤਾਂ ਥੋੜ੍ਹਾ ਜਿਹਾ ਅਪੀਲ ਕਰਨ ਦੀ ਲੋੜ ਹੈ ਕਿ ਧਰਨਾ ਇਸ ਤਰੀਕੇ ਦੀ ਗੱਲ ਕਰੋ। ਔਰ ਇਦੋਂ ਪਹਿਲਾਂ ਇਕੱਲਾ ਇਹੀ ਧਰਨਾ ਨਹੀਂ ਹੋ ਰਿਹਾ, ਔਰ ਜਿਹੜਾ ਉਹ ਕੋਰੀਡੋਰ ਦੇ ਚੱਕਰ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਅਕਵਾਇਰ ਵਾਲੀ ਹੈ, ਉਹ ਕਿੰਨਾ ਚਿਰ ਤੋਂ ਧਰਨਾ ਚੱਲਿਆ, ਕਿੰਨਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਨਾਲ ਮੀਟਿੰਗ ਤੱਕ ਨਹੀਂ ਕਰ ਰਹੇ, ਗੱਲ ਤੱਕ ਨਹੀਂ ਕਰ ਰਹੇ। ਔਰ ਇਹ ਧਰਨਾ ਵੀ ਜਿਹੜਾ ਉਲੀਕਿਆ ਗਿਆ 3 ਦਿਨ ਦਾ 28, 29, 30 ਦਾ, ਇਹ ਕਰੋਨਾ ਦੇ ਪ੍ਰਬੰਧਨ ਦੇ ਇੱਕ ਬੜਾ ਵੱਡਾ ਇਸ਼ੂ ਹੈ, ਮੁੱਦਾ ਹੈ। ਉਹਦੇ 'ਚ ਇਕੱਲਾ ਕਰੋਨਾ ਦਾ ਉਹ ਨਹੀਂ, ਉਹ ਕਹਿ ਰਹੇ ਨੇ ਕਿ ਅਸੀਂ ਪੁੱਡਾ ਦੇ ਗਰਾਊਂਡ 'ਚ ਦੇਵਾਂਗੇ ਤੇ ਉੱਥੇ ਸਾਰਾ ਕਰੋਨਾ ਪ੍ਰੋਟੋਕੋਲ ਦਾ ਧਿਆਨ ਰੱਖਾਂਗੇ, ਔਰ ਨਾਲ ਇਹ ਵੀ ਕਰਾਂਗੇ ਕਿ ਉੱਥੇ ਮਾਸਕ ਵੀ, ਡਿਸਟੈਂਸ ਵੀ, ਬਾਕੀ ਚੀਜ਼ਾਂ ਦਾ ਖਿਆਲ ਰੱਖਾਂਗੇ, ਹੈ ਨਾ। ਪਰ ਨਾਲ ਦੀ ਨਾਲ ਇਹ ਹੈ ਕਿ ਤੁਸੀਂ ਜੋ ਲੋਕਾਂ ਨੂੰ ਦੱਸ ਰਹੇ ਹੋ ਉਹਨਾਂ ਦਾ ਤੱਥਾਂ ਦੇ ਆਧਾਰ ਤੇ ਲੋਕਾਂ ਦੇ ਵਿੱਚ ਇੱਕ ਗੱਲ ਵੀ ਲੈ ਕੇ ਜਾਵਾਂਗੇ ਕਿ ਤੁਸੀਂ ਉਹ ਨਹੀਂ ਕਰ ਰਹੇ। ਤੁਹਾਡੀ ਤਿਆਰੀ ਕਿੰਨੇ ਵੈਂਟੀਲੇਟਰਾਂ ਦੀ ਸੀ ਤੇ ਅੱਜ ਕਿੰਨੇ ਕੰਮ ਕਰਦੇ ਨੇ, ਤੁਹਾਡੀ ਆਕਸੀਜਨ ਦੀ ਕਿੰਨੀ ਸੀ, ਅੱਜ ਕਿੰਨੇ ਕੰਮ ਕਰਦੇ ਨੇ, ਉਹ ਸਾਰੀਆਂ ਚੀਜ਼ਾਂ, ਜਾਂ ਤੁਹਾਡੀ ਵੈਕਸੀਨੇਸ਼ਨ ਦੀ ਜਾਂ ਬਾਕੀ ਦੀਆਂ ਚੀਜ਼ਾਂ ਦੀ ਜੋ ਤਿਆਰੀਆਂ ਨੇ ਉਹ ਕਿਵੇਂ ਫਲੋਪ ਹੋਈਆਂ ਨੇ। ਤੇ ਇਸੇ ਤਰੀਕੇ ਦੇ ਨਾਲ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਪ੍ਰਾਈਵੇਟ ਹਸਪਤਾਲਾਂ ਤੇ ਤੁਹਾਡੀ ਨਕੇਲ ਨਹੀਂ ਹੈ, ਔਰ ਜਿੰਨਾ ਕੁ ਪ੍ਰਬੰਧ ਤੁਹਾਡੇ ਕੋਲ ਬੈੱਡਾਂ ਦਾ ਤੁਸੀਂ ਕਹਿੰਦੇ ਹੋ ਨਾ ICU ਦੇ, ਤੁਹਾਡੇ ਕੋਲ 5-5.5 ਹਜ਼ਾਰ ਹੈ ਸਰਕਾਰੀ, ਉਹਦੇ 'ਚ ਤਾਂ ਸਾਰਾ ਹੀ, ਬਾਕੀ ਜਿਹੜੇ ਬਚਦੇ ਨੇ 5-7 ਹਜ਼ਾਰ ਉਹ ਪ੍ਰਾਈਵੇਟ ਹਸਪਤਾਲ ਨੇ। ਆਮ ਸਧਾਰਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾ ਨਹੀਂ ਸਕਦੇ ਕਿਉਂਕਿ ਉਹਦਾ ਪੈਸਾ ਬਹੁਤ ਲੱਗਦਾ। ਇਹ ਡਿਮਾਂਡ ਹੈ ਕਿ ਜਿੰਨਾ ਚਿਰ ਕਰੋਨਾ ਘੱਟੋ ਘੱਟ ਉਹਨਾਂ ਚਿਰ ਪ੍ਰਾਈਵੇਟ ਹਸਪਤਾਲਾਂ ਨੂੰ ਸਪੇਨ ਦੇ ਵਾਂਗ, ਤੁਸੀਂ ਸਪੇਨ ਦੀ ਸਰਕਾਰ ਦੇ ਵਾਂਗ ਆਪਣੇ ਹੱਥਾਂ 'ਚ ਲਓ, ਟ੍ਰੀਟਮੈਂਟ ਆਪਣੇ ਹੱਥਾਂ 'ਚ ਲਓ ਸਰਕਾਰੀ ਤਰੀਕੇ ਨਾਲ। ਲੋਕਾਂ ਨੂੰ ਮੁਫਤ ਇਲਾਜ ਚਾਹੀਦਾ, ਜਿਹੜੇ ਵੀ ਤਰੀਕੇ ਨੇ ਉਸ ਤਰੀਕੇ ਦੇ ਨਾਲ। ਦੂਜੀ ਗੱਲ, ਸਾਰਾ ਇਲਾਜ ਫ੍ਰੀ ਕਰੋ ਜਿਹੜਾ ਵੀ ਲੋਕਾਂ ਦਾ ਜਿੱਥੇ ਵੀ ਜਾ ਰਿਹਾ। ਤੀਜੀ ਗੱਲ ਇਹ ਹੈ ਕਿ ਲੋਕਾਂ ਨੂੰ ਧੱਕੇ ਨਾਲ ਨਾ ਤੁਸੀਂ ਇਹ ਕਰੋ ਲੋਕਡਾਊਨ ਜਾਂ ਬਾਕੀ ਦੀਆਂ, ਜਿਹੜੇ ਲੋਕਾਂ ਦਾ ਲਾਸ ਹੋ ਰਿਹਾ, ਜ਼ਬਰਦਸਤੀ ਪੁਲਿਸ ਕੁੱਟਦੀ ਹੈ ਜਾਂ ਬਾਕੀ ਚੀਜ਼ਾਂ ਕਰਦੀ ਹੈ, ਐ ਨਹੀਂ, ਤੁਸੀਂ ਐਜੂਕੇਟ ਕਰੋ ਲੋਕਾਂ ਨੂੰ। ਐਜੂਕੇਟ ਕਰਨ ਦੇ ਵਿੱਚ ਬਲਕਿ ਜਥੇਬੰਦੀ ਨੇ ਵੀ ਇਹ ਕਿਹਾ ਤੇ ਬਾਕੀ ਲੋਕਾਂ ਨੂੰ ਵੀ ਨਾਲ ਲਾਓ, ਅਸੀਂ ਵੀ ਜਾਗਰੂਕ ਕਰਨ 'ਚ ਮਦਦ ਕਰ ਸਕਦੇ ਹਾਂ ਕਿ ਕੀ ਕਰਨਾ ਕਿਵੇਂ ਨਹੀਂ ਕਰਨਾ। ਪਰ ਜਿਹੜਾ ਪੁਲਿਸ ਤੰਤਰ ਦਾ ਤਰੀਕਾ ਹੈ, ਜ਼ਬਰਦਸਤੀ ਹੈ, ਲੋਕਾਂ ਦਾ ਮਨ ਮੰਨਣ ਤੋਂ ਬਿਨਾਂ ਵੈਕਸੀਨ ਜ਼ਬਰਦਸਤੀ ਲਾਓ, ਜਾਂ ਉਹਨੂੰ ਦਫ਼ਤਰ 'ਚ ਨਹੀਂ ਵੜਨ ਦੇਣਾ ਜਿੰਨਾ ਚਿਰ ਵੈਕਸੀਨ ਨਹੀਂ ਲਵਾਉਂਦਾ, ਜਾਂ ਜਿੰਨਾ ਚਿਰ ਟੈਸਟ ਨਹੀਂ, ਆਹ ਨਹੀਂ, ਇਹ ਧੱਕਾ ਨਹੀਂ। ਤੁਹਾਡਾ ਭਰੋਸਾ ਨਹੀਂ ਹੈ ਤਾਂ ਪਹਿਲਾਂ ਭਰੋਸਾ ਬਹਾਲ ਕਰੋ। ਲੋਕਾਂ ਦੀ ਇੱਛਾ ਤੋਂ ਬਿਨਾਂ ਨਹੀਂ ਇਹ ਕੰਮ ਕੀਤਾ ਜਾ ਸਕਦਾ। ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਰੋਨਾ ਦਾ ਸਵਾਲ ਵੀ ਹੈ ਤੇ ਬਾਕੀ ਅਮਰਿੰਦਰ ਦੂਜਾ ਜਿਹੜਾ ਵਿੱਤੀ ਤੌਰ 'ਤੇ ਲੋਕ ਦਾ ਰੁਜ਼ਗਾਰ ਸੁੱਟ ਰਿਹਾ ਇਸ ਸਾਰੇ ਮਾਮਲੇ ਦੇ ਵਿੱਚ, ਉਹਨਾਂ ਨੂੰ ਤੁਸੀਂ ਕੀ ਦੇ ਰਹੇ ਹੋ, ਉਹਨਾਂ ਦੇ ਰੋਜੀ ਰੋਟੀ ਦਾ ਪ੍ਰਬੰਧ ਕਿਵੇਂ ਕਰ ਰਹੇ ਹੋ, ਉਹ ਸਵਾਲ ਵੀ ਓਡਾ ਹੀ ਵੱਡਾ ਉਹਦੇ ਨਾਲ ਜੁੜਿਆ ਹੋਇਆ। ਤੇ ਉਹਦੇ ਤੋਂ ਇਲਾਵਾ ਜਿਹੜੇ ਬਾਕੀ ਦੇ ਮੁੱਦੇ ਨੇ, ਕਰਜ਼ੇ ਦਾ ਮੁੱਦਾ ਹੈ, ਘਰ ਘਰ ਰੁਜ਼ਗਾਰ ਦਾ ਮੁੱਦਾ ਹੈ, ਨਸ਼ੇ ਦਾ ਮੁੱਦਾ ਹੈ, ਜਿਹੜਾ ਇਸ ਸਰਕਾਰ ਨਾਲ ਜ਼ਰੂਰੀ ਹੈ, ਬੇਅਦਬੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਵੀ ਉਹਦੇ 'ਚ ਸ਼ਾਮਲ ਨੇ। ਤੇ ਉਹਨਾਂ 'ਤੇ ਜਵਾਬ ਦਾ ਸਵਾਲ ਹੈ ਕਿ ਜਿਹੜੀ ਪੰਜਾਬ ਸਰਕਾਰ ਨੂੰ ਜਵਾਬ ਦੇਣ ਦੀ ਗੱਲ ਹੈ। ਕੇਵਲ ਇਹ ਅਪੀਲ ਕਰਨ ਦੀ ਬਜਾਏ ਕਿ ਤੁਸੀਂ ਧਰਨਾ ਨਾ ਲਾਓ, ਇਹ ਠੀਕ ਹੈ, ਚੀਫ ਮਿਨਿਸਟਰ ਨੂੰ ਵੀ ਹੱਕ ਹੈ ਕਿ ਅਪੀਲ ਕਰੇ, ਪਰ ਨਾਲ ਨਾਲ ਇਹ ਦੱਸੋ ਕਿ ਅਸੀਂ ਆਹ ਕਰ ਰਹੇ ਹਾਂ। ਇਹਨਾਂ ਗੱਲਾਂ 'ਤੇ, ਇਹਨਾਂ ਵਾਅਦਿਆਂ 'ਤੇ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹੀ ਸਾਡੀ ਆਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਉਹਨੂੰ ਵੀ ਕਰਨ ਦੀ ਲੋੜ ਹੈ। ਔਰ ਸੰਭਵ ਹੈ, ਦੇਖਦੇ ਹਾਂ ਹੁਣ 28 ਤੋਂ ਧਰਨਾ ਹੋਣਾ ਹੈ, ਸਰਕਾਰ ਸਖਤੀ ਨਾਲ ਪੇਸ਼ ਆਉਂਦੀ ਹੈ ਜਾਂ ਇਸੇ ਤਰੀਕੇ ਨਾਲ ਪੇਸ਼ ਆਉਂਦੀ ਹੈ। ਔਰ ਇੱਕ ਗੱਲ, ਸਰਕਾਰ 'ਤੇ ਪ੍ਰੈਸ਼ਰ ਵੀ ਹੈ ਕਿ ਹੁਣ ਤਾਂ ਮੋਦੀ ਸਰਕਾਰ ਦੇ ਖਿਲਾਫ ਨੇ ਜਿਹੜੇ ਕਿਸਾਨ, ਜੇ ਕੱਲ੍ਹ ਨੂੰ ਸਖਤੀ ਕਰਦੀ ਹੈ ਪੰਜਾਬ ਸਰਕਾਰ ਉਸ ਪੱਧਰ ਦੇ ਉੱਤੇ, ਤਾਂ ਕਿਸਾਨਾਂ ਦਾ ਜਿਹੜਾ ਇੱਕ ਨਜ਼ਰੀਆ ਜਾਂ ਐਟੀਚਿਊਡ ਜਾਂ ਸੰਘਰਸ਼ ਦਾ ਕੇਂਦਰ, ਉਹ ਪੰਜਾਬ ਸਰਕਾਰ ਵੱਲ ਵੀ ਹੋ ਸਕਦਾ ਉਸੇ ਤਰੀਕੇ ਦੇ ਨਾਲ। ਇਹ ਵੀ ਗੱਲ ਸੋਚਣੀ ਪਏਗੀ ਪੰਜਾਬ ਦੀ ਸਰਕਾਰ ਨੂੰ ਜੇਕਰ ਉੱਥੇ ਕਿਸ ਢੰਗ ਨਾਲ ਨਜਿੱਠਦੀ ਹੈ। ਬਾਕੀ ਅਜੇ ਦਿਨ ਹੈਗੇ ਨੇ, ਕੀ ਕਰਦੇ ਨੇ, ਜਥੇਬੰਦੀ ਨੂੰ ਬੁਲਾ ਕੇ ਕੋਈ ਗੱਲ ਕਰਦੇ ਨੇ, ਨਹੀਂ ਕਰਦੇ, ਪਤਾ ਲੱਗੇਗਾ। ਪਰ ਅਜੇ ਪੋਜੀਸ਼ਨ ਦੋਨਾਂ ਦੀ ਆਪੋ ਆਪਣੇ ਥਾਂ 'ਤੇ ਖੜੀ ਹੋਈ ਹੈ। ਹਮੀਰ ਸਿੰਘ ਜੀ, ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਵੀ ਕਿ 26 ਮਈ ਜਿਹੜੀ ਹੈ ਆ ਰਹੀ ਹੈ, ਦਿੱਲੀ ਦੀ ਬਰੂਹਾਂ 'ਤੇ ਚੱਲ ਰਹੇ ਸੰਘਰਸ਼ ਨੂੰ 6 ਮਹੀਨੇ ਪੂਰੇ ਹੋ ਜਾਣਗੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਤੇ ਉਸ ਦੀ ਰਾਜਸੀ ਪਾਰਟੀਆਂ ਵੱਲੋਂ ਵੀ ਹਮਾਇਤ ਕੀਤੀ ਜਾ ਰਹੀ ਹੈ।
ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੇ ਕਿਸਾਨ ਜਥੇਬੰਦੀਆਂ ਦੀ ਕੀ ਤਿਆਰੀਆਂ ਹੁਣ ਤੱਕ ਹੋ ਚੁੱਕੀਆਂ ਨੇ? ਇਹਦੇ 'ਚ ਬਿਲਕੁਲ ਵਾਜਬ ਗੱਲ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਤਾਂ ਬੜੇ ਲੰਮੇ ਸਮੇਂ ਤੋਂ ਹੀ ਜਿਹੜੀ ਕਾਲ ਦਿੰਦੀਆਂ ਨੇ, ਖਾਸ ਤੌਰ 'ਤੇ ਪੰਜਾਬ ਹਰਿਆਣਾ 'ਚ ਤਾਂ ਉਹ ਲਾਗੂ ਪਹਿਲਾਂ ਵੀ ਹੁੰਦੀਆਂ ਨੇ, ਚਾਹੇ ਉਹ ਬੰਦ ਦਾ ਸਵਾਲ ਹੈ ਜਿਹਾ, ਕਿਉਂਕਿ ਇੱਥੇ ਬਹੁਤੀ ਤਿਆਰੀ ਦੀ ਉਨੀ ਲੋੜ ਨਹੀਂ ਪੈਂਦੀ, ਘਰ ਘਰ ਦਾ ਬੰਦਾ ਜੁੜਿਆ ਹੋਇਆ ਹੈ, ਮਾਨਸਿਕ ਤੌਰ 'ਤੇ ਜੁੜਿਆ ਹੋਇਆ ਹੈ ਉਸ ਚੀਜ਼ ਦੇ ਨਾਲ। ਅਤੇ ਕਾਲੀਆਂ ਝੰਡੀਆਂ ਲਾਉਣੀਆਂ ਨੇ, ਕਾਲੀਆਂ ਪੱਗਾਂ ਬੰਨਣੀਆਂ ਨੇ, ਕਾਲਾ ਬਾਕੀ ਦੇ ਟਰੈਕਟਰਾਂ 'ਤੇ ਪੁਤਲੇ ਫੂਕਣੇ ਨੇ, ਉਹ ਸਾਰਾ ਜਾ ਵੀ ਰਹੇ ਨੇ ਕਿਸਾਨਾਂ ਦੇ ਜਥੇ ਜਿਹੜੇ ਨੇ ਸ਼ਹਿਰਾਂ 'ਚ, ਪਿੰਡਾਂ 'ਚ, ਬਾਕੀ ਜਗ੍ਹਾ ਜਾਗਰੂਕ ਕਰਕੇ ਦੂਜੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਤੌਰ 'ਤੇ ਵੀ ਉਹ ਸਾਰਾ ਕੁਝ ਹੋ ਵੀ ਰਿਹਾ। ਅਤੇ ਅਗਲੀ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਵੀ ਕਿਵੇਂ ਫੈਲ ਰਿਹਾ ਇਹ ਸਭ ਨੂੰ, ਮਤਲਬ ਗੌਰਮੈਂਟ ਮੰਨੇ ਜਾਂ ਨਾ ਮੰਨੇ, ਗੌਰਮੈਂਟ ਡਿਨਾਇਲ ਮੋਡ 'ਚ ਹੈ ਕਿ ਅਸੀਂ ਨਹੀਂ ਮੰਨਦੇ, ਅਸੀਂ ਕਹਿੰਦੇ ਹਾਂ ਜੀ ਇਹ ਪੰਜਾਬ ਦਾ ਅੰਦੋਲਨ ਹੈ, ਪਹਿਲਾਂ ਇਹੀ ਕਹੀ ਗਈ। ਹੁਣ ਹਰਿਆਣੇ 'ਚ ਪਤਾ ਤਾਂ ਲੱਗਣਾ ਚਾਹੀਦਾ, ਇਹ ਤਾਂ ਕਹਿਣ ਨਾ ਖੱਟਰੋਣੀ ਘੱਟੋ ਘੱਟ ਵੀ ਨਹੀਂ, ਇਹ ਅੰਦੋਲਨ ਹਰਿਆਣੇ ਦਾ ਵੀ ਹੈ। ਅਤੇ ਜੇ ਇੰਨਾ ਤਾਂ ਇਦੋਂ ਤਾਂ ਅੱਗੇ ਵਧਣਾ ਚਾਹੀਦਾ ਹੈ, ਅਜੇ ਵੀ ਇਕੱਲਾ ਪੰਜਾਬ ਦੇ ਅੰਦੋਲਨ ਤੱਕ ਨਾ ਰਹੋ। ਅਤੇ ਯੂਪੀ ਦੀ ਇਲੈਕਸ਼ਨ ਦੇਖ ਕੇ ਵੀ ਤੁਸੀਂ ਨਹੀਂ ਕਹਿ ਰਹੇ ਕਿ ਯੂਪੀ ਦਾ ਵੀ ਅਸਰ ਹੈ, ਉੱਤਰਾਖੰਡ ਬਾਰੇ ਨਹੀਂ ਤੁਸੀਂ ਕਹਿ ਰਹੇ ਕਿ ਉੱਥੇ ਦਾ ਵੀ ਹੈ। ਔਰ ਖੇਤੀਬਾੜੀ ਮੰਤਰੀ ਤੋਮਰ ਆਪਦੇ ਹਲਕੇ 'ਚ ਮੱਧ ਪ੍ਰਦੇਸ਼ ਜਾਂਦਾ ਹੈ ਅਤੇ ਉਹਨੂੰ ਲੋਕ ਘੇਰ ਕੇ ਪੁੱਛਦੇ ਨੇ ਕਿ ਭਾਈ ਸਾਹਿਬ ਕੀ ਬਣਿਆ, ਤੂੰ ਕਿਉਂ ਨਹੀਂ ਗੱਲ ਕਰ ਰਿਹਾ? ਅਤੇ ਉਹਨੂੰ ਉੱਥੇ ਖੁੱਲ੍ਹ ਕੇ ਵਿਚਰਨ ਦਾ ਮਤਲਬ ਮਾਹੌਲ ਨਹੀਂ ਮਿਲ ਰਿਹਾ। ਅਤੇ ਅੰਦੋਲਨ ਤਾਂ ਦੇਸ਼ ਪੱਧਰ 'ਤੇ ਜਾ ਰਿਹਾ ਉਸ ਪੱਧਰ 'ਤੇ, ਔਰ ਇਹ ਵੀ ਅੰਦੋਲਨ ਦੀ ਇੱਕ ਇਕਮੁੱਠਤਾ ਲਈ 6 ਮਹੀਨੇ ਹੋਣਗੇ। ਅਤੇ ਬਾਕੀ ਮੋਦੀ ਸਰਕਾਰ ਦੇ 7 ਸਾਲਾਂ ਦਾ ਜਿਹੜਾ ਐਕਸਪੋਜਰ ਹੋਏਗਾ, ਕਿਸਾਨ ਇਹ ਕਹਿਣਗੇ ਕਿ ਸਾਡੇ ਲਈ ਕੀ ਕੀਤਾ, ਕੀ ਨਹੀਂ ਕੀਤਾ, ਜਦੋਂ ਉਹ ਸਟੇਜਾਂ ਤੋਂ ਜਾਂ ਲੋਕਾਂ ਤੋਂ ਇੱਕ ਜਾਗਰੂਕਤਾ ਦੀ ਗੱਲ ਕਰਨਗੇ। ਜਿਹੜੀ ਪਾਰਟੀਆਂ ਦਾ ਸਵਾਲ ਹੈ, ਪੋਲੀਟੀਕਲ ਧਿਰਾਂ ਦਾ ਸਵਾਲ ਹੈ, ਪੋਲੀਟੀਕਲ ਧਿਰਾਂ ਮੇਰਾ ਖਿਆਲ ਹੈ ਓਨੀਆਂ ਸਰਗਰਮ ਜਿੰਨੀਆਂ ਹੋਣਾ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ ਲੈ ਕੇ, ਓਨੀਆਂ ਨਹੀਂ ਹੈ ਜੀ। ਗੱਲ ਤਾਂ ਸਿਆਸਤ 'ਤੇ ਹੀ ਜਾ ਕੇ ਨਿਬੜਨੀ ਹੈ ਆਫਟਰ ਅੰਤ ਨੂੰ ਤਾਂ, ਕਿਉਂਕਿ ਸਿਆਸੀ ਸੱਤਾ ਦੇ ਵਿੱਚ ਬੈਠਾ ਹੀ ਬੰਦਾ ਸਭ ਤੋਂ ਪਾਵਰਫੁੱਲ ਹੈ ਜਿਹੜਾ ਬੰਦਾ ਬੈਠਾ ਹੈ। ਇਹ ਇੱਕ ਚੰਗਾ ਸਟੈਪ ਹੈ ਕਿ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਇਸ ਗੱਲ 'ਤੇ ਇੱਕ ਸਾਈਡ 'ਤੇ ਆਈਆਂ ਨੇ ਕਿ ਕਿਸਾਨਾਂ ਦੇ ਇਹਦੇ ਮਦਦ ਦੀ ਲੋੜ ਹੈ, ਪਰ ਉਹ ਪੋਲੀਟੀਕਲੀ ਕੀ ਕਰ ਰਹੀਆਂ ਨੇ, ਆਪਣੇ ਮੰਚ 'ਤੇ ਕੀ ਕਰ ਰਹੀਆਂ ਨੇ, ਇਹ ਤਾਂ ਉਸ ਦਿਨ ਹੈ ਨਾ, ਉਦਣ ਅਸੀਂ ਵੀ ਆਪਣੇ ਵਰਕਰਾਂ ਨੂੰ ਕਹਿ ਦਾਂਗੇ। ਪੋਲੀਟੀਕਲੀ ਜਿਹੜਾ ਮਮਤਾ ਬੈਨਰਜੀ ਨੇ ਵੀ ਇੱਕ ਵਾਰ ਚਿੱਠੀ ਲਿਖੀ ਸੀ ਅਤੇ ਸੋਨੀਆ ਗਾਂਧੀ ਨੇ ਵੀ ਇੱਕ ਵਾਰ ਵਰਚੁਅਲ ਮੀਟਿੰਗ ਕੀਤੀ ਸੀ, ਵੱਖ-ਵੱਖ ਲੋਕ ਵੀ ਇਹ ਕਰ ਰਹੇ ਨੇ। ਜੇ ਤੁਸੀਂ ਕਰ ਰਹੇ ਹੋ ਤਾਂ ਇੱਕ ਪੋਲੀਟੀਕਲ ਫਰੰਟ ਜਿਹੜੀਆਂ ਇਹ ਜਥੇਬੰਦੀਆਂ ਪਹਿਲਾਂ ਵੀ ਹਮਾਇਤ ਤੇ ਹੁਣ ਵੀ ਨੇ, ਉਹ ਸਿਆਸੀ ਲੜਾਈ ਕੀ ਲੜ ਰਹੀਆਂ ਨੇ ਬੀਜੇਪੀ ਦੇ ਖਿਲਾਫ। ਹੁਣ ਲੱਗਦਾ ਇਹ ਹੈ ਦੇਸ਼ ਦੇ ਵਿੱਚ ਜਿਵੇਂ ਜਿਹੜੀ ਵਿਰੋਧੀ ਧਿਰ ਦਾ ਰੋਲ ਵੀ ਹੈ ਉਹ ਕਿਸਾਨ ਅੰਦੋਲਨ ਨੂੰ ਨਿਭਾਉਣਾ ਪੈ ਰਿਹਾ ਸਾਰੇ ਮਾਮਲਿਆਂ ਦੇ ਉੱਤੇ। ਅਤੇ ਜੇ ਪਾਰਟੀਆਂ ਅੱਗੇ ਵੱਧ ਕੇ ਕੇਵਲ ਇੰਨਾ ਨਾ ਕਿ ਇੱਕ ਤਾਂ 26 ਤਰੀਕ ਦੀ ਹਮਾਇਤ ਕੀਤੀ ਹੈ, ਤਾਂ ਪੋਲੀਟੀਕਲ ਲੋਕ ਤਾਂ ਇੰਨਾ ਗਾਹ ਪਾ ਦਿੰਦੇ ਨੇ ਕਿ ਉਹ ਪ੍ਰਧਾਨ ਮੰਤਰੀ ਕਿਉਂ ਹੈ, ਗੱਦੀ ਕਿਉਂ ਨਹੀਂ ਛੱਡ ਰਿਹਾ, ਤਾਂ ਕਿਵੇਂ ਉਹ ਸ਼ਾਮਲ ਹੈ, ਜੇ ਕਰੋਨਾ 'ਚ ਵੀ ਫਲਾਪ ਹੈ, ਜੇ ਕਿਸਾਨ ਅੰਦੋਲਨ 'ਚ ਵੀ ਫਲਾਪ ਹੈ, ਬਾਕੀ ਦੇ 'ਚ ਹੀ ਹੈ, ਤਾਂ ਇੱਕ ਵੱਡੀ ਜੱਦੋਜਹਿਦ ਕਿਉਂ, ਜਿਵੇਂ ਇੰਦਰਾ ਗਾਂਧੀ ਦੇ ਖਿਲਾਫ ਇੱਕ ਵੱਡੀ ਜੱਦੋਜਹਿਦ ਭਾਵੇਂ ਵਿਦਿਆਰਥੀਆਂ ਤੋਂ ਸ਼ੁਰੂ ਹੋਈ ਸੀ, ਪਰ ਸਾਰੀ ਪੋਲੀਟੀਕਲ ਲੀਡਰਸ਼ਿਪ ਉਹ 'ਚ ਇਨਵੋਲਵ ਹੋ ਗਈ ਸੀ, ਅਤੇ ਐਮਰਜੈਂਸੀ ਵੀ ਲੱਗੀ, ਅਤੇ ਐਮਰਜੈਂਸੀ ਤੋਂ ਬਾਅਦ 'ਚ ਇੱਕ ਨਵੀਂ ਪਾਰਟੀ ਬਣੀ, ਤਬਦੀਲੀ ਵੀ ਆ ਗਈ। ਔਰ ਉਹ ਸਾਰੀਆਂ ਜਿਹੜੀਆਂ ਪੋਲੀਟੀਕਲ ਸੈਟਅਪ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੀ ਭੂਮਿਕਾ ਨਿਭਾਉਣ ਵੱਲ ਹੋਰ ਜ਼ਿਆਦਾ ਸਰਗਰਮੀ ਦੇ ਨਾਲ ਅੱਗੇ ਆਉਣਾ ਚਾਹੀਦਾ। ਕੇਵਲ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਨਾ ਚਲਾਓ, ਆਪਣਾ ਮੋਢਾ ਵੀ ਲਾਓ ਅਤੇ ਨਾਲ ਠੀਕ ਹੈ ਕਿਸਾਨਾਂ ਦੀ ਹਮਾਇਤ ਵੀ ਕਰੋ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।